ਕਿੱਥੇ ਜੇ ਖੜੀ ਹੈ ਬੀਜੇਪੀ? ਅਸੀਂ 100% ਜਿੱਤਾਂਗੇ। ਜਿੱਤੋਗੇ ਚੋਣ ਜਲੰਧਰ? ਬਿਲਕੁਲ ਅਸੀਂ ਚੋਣ ਜਿੱਤ ਰਹੇ ਹਾਂ, ਇਹ ਪੱਕੀ। ਜਿੱਥੇ ਸਾਨੂੰ ਪਿੰਡਾਂ 'ਚ ਵੜਨ ਨਹੀਂ ਦਿੰਦੇ ਸੀ, ਸੱਚੀ ਗੱਲ ਦੱਸ ਰਿਹਾ ਮੈਂ ਤੁਹਾਨੂੰ, ਕਿਸਾਨ ਅੰਦੋਲਨ ਦੇ ਨਾਮ ਤੇ ਇੱਕ ਐਜੀਟੇਸ਼ਨ ਦੇ ਵਿੱਚ ਉਹ ਹੋਇਆ ਕਿ ਸਾਡੀ ਗੱਲ ਨੂੰ ਸੁਣਨ ਨੂੰ ਵੀ ਕੋਈ ਤਿਆਰ ਨਹੀਂ ਸੀ। ਅੱਜ ਸਾਨੂੰ ਸਤਿਕਾਰ ਨਾਲ ਬਿਠਾ ਕੇ ਚਾਹ ਪਾਣੀ ਵੀ ਪਿਆਉਂਦੇ ਨੇ ਔਰ ਸਾਡੀ ਗੱਲ ਸੁਣਦੇ ਨੇ ਔਰ ਇਹ ਵੀ ਕਹਿੰਦੇ ਨੇ ਕਿ ਵੋਟ ਦੇਵਾਂਗੇ ਤੁਹਾਨੂੰ, ਅਸੀਂ ਵੋਟ ਪਾ ਰਹੇ ਹਾਂ ਤੁਹਾਨੂੰ। ਕਾਂਗਰਸ ਦੇ ਕੋਲ ਤਾਂ ਮੈਂ ਮੰਨਾਂ ਕਿ ਐਮਐਲਏ ਹੈਗੇ ਆ, ਕਿਉਂਕਿ ਜਲੰਧਰ ਦੇ ਵਿੱਚ ਔਰ ਜਿਹੜਾ ਜਲੰਧਰ ਦਾ ਇਲਾਕਾ ਸ਼ਾਹਕੋਟ ਹੋ ਗਿਆ, ਕੈਂਟੀਨ ਨੇੜੇ ਤੇੜੇ ਦਾ ਇਲਾਕਾ, ਉੱਥੇ ਐਮਐਲਏਸ ਹੈਗੇ ਆ ਔਰ ਆਦਮਪੁਰ ਦੇ ਵਿੱਚ ਵੀ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆ ਸਟੇਟ ਦੇ ਵਿੱਚ, ਐਮਐਲਏਸ ਵੀ ਹੈਗੇ ਜਲੰਧਰ ਦੇ ਵਿੱਚ। ਤੁਹਾਡਾ ਕੋਈ ਐਮਐਲਏ ਵੀ ਨਹੀਂ ਆ, ਤੁਹਾਡੇ ਪੁਰਾਣੇ ਸਾਥੀ ਨੂੰ ਵੀ ਪੱਟ ਕੇ ਲੈ ਗਏ ਆਮ ਆਦਮੀ ਪਾਰਟੀ ਵਾਲੇ। ਮਤਲਬ ਕਿਸ ਤਰੀਕੇ ਦੀ ਸਟ੍ਰੈਟੇਜੀ ਘੜੀ ਹੈ ਤੁਸੀਂ ਜਿਹੜਾ ਜਿੱਤ ਦਾ ਦਾਅਵਾ ਕਰ ਰਹੇ ਹੋ? ਮੈਨੂੰ ਇਹ ਲੌਜੀਕ ਦੱਸੋ। ਅਗਰ ਇੱਥੋਂ ਦਾ ਮੈਂਬਰ ਆਫ ਪਾਰਲੀਮੈਂਟ ਭਾਜਪਾ ਦਾ ਹੋਏਗਾ ਤੇ ਅੱਜ ਕਿੰਨਾ ਪੈਸਾ ਜਿਹੜਾ ਸਮਾਰਟ ਸਿਟੀ ਦਾ ਉਹ ਭ੍ਰਸ਼ਟਾਚਾਰ ਦੀ ਭੇਂਟ ਚੜ ਗਿਆ ਜਲੰਧਰ 'ਚ। ਅਗਰ ਇੱਥੋਂ ਦਾ ਮੈਂਬਰ ਆਫ ਪਾਰਲੀਮੈਂਟ ਹੋਏਗਾ, ਇਹਨਾਂ ਸਾਰੀਆਂ ਚੀਜ਼ਾਂ ਤੇ ਫੁੱਲ ਸਟਾਪ ਲੱਗੇਗਾ। ਲੋਕਾਂ ਨੇ ਮਨ ਬਣਾਇਆ ਕਿ 13 ਦੇ 13 ਅਸੀਂ ਬਣਾਵਾਂਗੇ, 24 ਚ ਪੰਜਾਬੀਆਂ ਨੇ ਕਰ ਲਿਆ। ਔਰ ਜਿਹੜੇ ਚੀਜ਼ਾਂ ਰੁਕੀਆਂ ਹੋਈਆਂ ਉਸ ਤੋਂ ਬਾਅਦ ਜਦੋਂ 27 ਦੀ ਵਿਧਾਨ ਸਭਾ ਆਣੀ ਹੈ ਤੇ 27 ਚ ਸਰਕਾਰ ਬਣਾਵਾਂਗੇ। ਇਹ ਤੈਅ ਕਰ ਲਿਆ ਲੋਕਾਂ ਨੇ, ਤੁਸੀਂ ਦੇਖ ਲਿਓ ਮੇਰੇ ਸਾਹਮਣੇ, ਨੋਟ ਕਰਕੇ 25 ਵਾਰੀ ਜੇਬ 'ਚ ਪਾ ਲਓ। ਇਹ ਚੀਜ਼ਾਂ ਅਕਾਲੀ ਦਲ ਵਾਲੇ ਕਹਿੰਦੇ ਕਿ ਜੇ ਗੱਠ, ਕੁਛ ਇੱਕ ਲੀਡਰ ਕਹਿੰਦੇ ਜੇ ਗੱਠਜੋੜ ਹੋ ਜਾਂਦਾ ਤਾਂ ਸਾਨੂੰ ਵੀ ਨੁਕਸਾਨ ਨਾ ਹੁੰਦਾ, ਬੀਜੇਪੀ ਵਾਲਿਆਂ ਨੂੰ ਵੀ ਨਾ ਨੁਕਸਾਨ ਹੁੰਦਾ। ਕਹਿੰਦੇ ਫਿਰ ਇਹ ਪੋਸੀਬਿਲਿਟੀ ਹੈਗੀ ਸੀ ਜਿਹੜੀ ਤੁਸੀਂ ਕਹਿ ਰਹੇ ਹੋ। ਨਹੀਂ, ਅਸੀਂ ਤਾਂ ਗੱਠਜੋੜ ਨਹੀਂ ਤੋੜਿਆ ਉਹਨਾਂ ਨਾਲ, ਉਹ ਤਾਂ ਡਰਦੇ ਮਾਰੇ ਆਪ ਹੀ ਗੱਠਜੋੜ ਤੋੜ ਕੇ ਭੱਜ ਗਏ। ਅੱਜ ਇੰਨੀਆਂ ਸਕੀਮਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਚੱਲਦੀਆਂ ਪਈਆਂ, ਉਹ 'ਚ ਪੰਜਾਬ ਦੇ ਵਿੱਚ 10% ਵੀ ਨਹੀਂ ਪਹੁੰਚ ਰਹੀਆਂ। ਅਗਰ ਇੱਥੋਂ ਦੀ ਸਰਕਾਰ ਬੀਜੇਪੀ ਦੀ ਹੋਏਗੀ, ਇੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਬੀਜੇਪੀ ਦੇ ਹੋਣਗੇ ਤੇ ਉਸ ਸਕੀਮਾਂ ਦਾ ਲਾਭ ਮਿਲਣ ਦੇ ਵਿੱਚ ਕਾਫੀ ਵਾਧਾ ਹੋਣਾ ਹੈ। ਔਰ ਪੂਰੇ ਦੇਸ਼ ਦੇ ਅੰਦਰ ਅਸੀਂ ਮੁੱਦਿਆਂ ਦੇ ਆਧਾਰ ਤੇ ਔਰ ਸੱਚ ਦੇ ਆਧਾਰ ਤੇ, ਇਹ ਸਾਡੀ ਜੋ ਕਮਿਟਮੈਂਟ ਹੁੰਦੀ ਹੈ ਲੋਕਾਂ ਨਾਲ, ਉਹ ਆਧਾਰ ਤੇ ਸਾਨੂੰ ਲੋਕ ਜਿਹੜੇ ਨਾ ਉਹ ਜਨਮਾਨਸ ਜਿਹੜਾ ਹੈ ਆਪਣੀ ਸਪੋਰਟ ਕਰਦਾ ਹੈ। ਸੋ ਮੈਂ ਸਮਝਦਾ ਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਆਪਣਾ ਕਿ ਉਹ ਪਾਰਟੀ ਨਾਲ ਜਾਈਏ ਜਿਹੜੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ। ਕੈਪਟਨ ਅਮਰਿੰਦਰ ਸਿੰਘ ਅੱਜ ਤੁਹਾਡੇ ਸਾਥੀ ਬਣ ਗਏ, ਬੀਜੇਪੀ ਚ ਆ ਗਏ। ਉਹ ਵੀ ਕਹਿੰਦੇ ਰਹੇ ਕਿ ਜੀ ਸਾਨੂੰ ਸਪੋਰਟ ਨਹੀਂ ਮਿਲਦਾ, ਚੰਨੀ ਹੁਣੀ ਕਹਿੰਦੇ ਰਹੇ ਸਪੋਰਟ ਨਹੀਂ ਮਿਲਦਾ। ਉੱਥੇ ਹੁਣ ਭਗਵੰਤ ਮਾਨ ਦੀ ਸਰਕਾਰ ਨਾਲ ਕੰਟਰਾਡਿਕਸ਼ਨ ਹੈਗੀ ਹੈ ਜਾਂ ਠੀਕ ਮੰਨਦੇ ਹੋ ਤੁਸੀਂ ਆਪਸ ਦੇ ਵਿੱਚ? ਜਲੰਧਰ ਜ਼ਿਮਨੀ ਚੋਣ ਚ ਅਖਾੜਾ ਭਖਿਆ ਹੋਇਆ ਹੈ। ਸਾਰੀਆਂ ਪਾਰਟੀਆਂ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਨੇ। ਬੀਜੇਪੀ ਵੀ ਜ਼ੋਰ ਸ਼ੋਰ ਦੇ ਨਾਲ ਲੱਗੀ ਹੋਈ ਹੈ। ਬੀਜੇਪੀ ਨੇ ਕੀ ਵਿਉਂਤਬੰਦੀ ਘੜੀ ਹੈ, ਕਿਸ ਤਰੀਕੇ ਦੇ ਨਾਲ ਬੀਜੇਪੀ ਚੋਣ ਲੜ ਰਹੀ ਹੈ, ਕਿਉਂਕਿ ਵੈਸੇ ਤਾਂ ਦੇਖਦੇ ਹਾਂ ਸਟ੍ਰੈਟੇਜੀ ਬੀਜੇਪੀ ਦੀ ਵੱਖਰੀ ਹੁੰਦੀ ਹੈ, ਪਰ ਜਲੰਧਰ ਜ਼ਿਮਨੀ ਚੋਣ ਨੂੰ ਬੀਜੇਪੀ ਕਿਵੇਂ ਦੇਖ ਰਹੀ ਹੈ, ਕਿੱਥੇ ਜੇ ਖੜਾ ਦੇਖ ਰਹੀ ਹੈ ਆਪਣੇ ਆਪ ਨੂੰ, ਇਸ ਚੀਜ਼ ਤੇ ਚਰਚਾ ਕਰਾਂਗੇ। ਜੀਵਨ ਗੁਪਤਾ ਬੀਜੇਪੀ ਦੇ ਸੀਨੀਅਰ ਆਗੂ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਜੀਵਨ ਜੀ, ਕੀ ਸਟ੍ਰੈਟੇਜੀ ਹੈ ਬੀਜੇਪੀ ਦੀ? ਵੈਸੇ ਤਾਂ ਪੰਜਾਬ ਦੇ ਵਾਸਤੇ ਕੋਈ ਵੱਖਰੀ ਸਟ੍ਰੈਟੇਜੀ ਵੀ ਘੜੀ ਹੈ ਤੁਸੀਂ, ਕਿਉਂਕਿ ਉਸ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਦਾ ਨਜ਼ਰ ਆਇਆ ਸੀ, ਪਰ ਪਿਛਲੇ ਦਿਨਾਂ 'ਚ ਬੀਜੇਪੀ ਦੇ ਆਗੂ ਦਾਅਵਾ ਕਰ ਰਹੇ ਕਿ ਅਸੀਂ ਗਰੋ ਕਰ ਰਹੇ ਹਾਂ ਪੰਜਾਬ ਦੇ ਵਿੱਚ। ਨਹੀਂ, ਦੇਖੋ, ਬੀਜੇਪੀ ਹਮੇਸ਼ਾ ਆਪਣੇ ਤਰੀਕੇ ਨਾਲ ਚੋਣ ਲੜਦੀ ਹੈ ਔਰ ਪੂਰੇ ਦੇਸ਼ ਦੇ ਅੰਦਰ ਅਸੀਂ ਮੁੱਦਿਆਂ ਦੇ ਆਧਾਰ ਤੇ ਔਰ ਸੱਚ ਦੇ ਆਧਾਰ ਤੇ, ਇਹ ਸਾਡੀ ਜੋ ਕਮਿਟਮੈਂਟ ਹੁੰਦੀ ਹੈ ਲੋਕਾਂ ਨਾਲ, ਉਹ ਆਧਾਰ ਤੇ ਸਾਨੂੰ ਲੋਕ ਜਿਹੜੇ ਨਾ ਉਹ ਜਨਮਾਨਸ ਜਿਹੜਾ ਹੈ ਆਪਣੀ ਸਪੋਰਟ ਕਰਦਾ ਹੈ। ਔਰ ਪੰਜਾਬ ਦੇ ਵਿੱਚ ਹੁਣ ਲੋਕਾਂ ਨੂੰ ਬੜੀ ਗੱਲ ਸਮਝ ਆਉਣ ਲੱਗੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਬਹੁਤੇ ਸਮੇਂ ਰਾਜ ਭੋਗਿਆ ਸੇਵਾ ਦੇ ਨਾਮ ਤੇ, ਔਰ ਖਾਸ ਕਰਕੇ ਇਹ 1 ਸਾਲ ਵਾਲੀ ਸਰਕਾਰ ਜਿਹਨੇ ਗਰੰਟੀਆਂ ਦੇ ਨਾਮ ਤੇ ਪੰਜਾਬ 'ਚ ਸਰਕਾਰ ਬਣਾਈ ਔਰ ਮੌਕੇ ਦੇ ਨਾਮ ਤੇ ਸਰਕਾਰ ਬਣਾਈ, ਮੌਕੇ ਦੀ ਜਗ੍ਹਾ ਉਹਨਾਂ ਨੇ ਧੋਖਾ ਦੇ ਦਿੱਤਾ ਔਰ ਗਰੰਟੀਆਂ ਤੋਂ ਮੁੱਕਰ ਗਏ। ਸੋ ਮੈਂ ਸਮਝਦਾ ਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਆਪਣਾ ਕਿ ਉਹ ਪਾਰਟੀ ਨਾਲ ਜਾਈਏ ਜਿਹੜੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ। ਔਰ ਜਿਸ ਢੰਗ ਨਾਲ ਪੂਰੇ ਦੇਸ਼ ਦੇ ਅੰਦਰ ਭਾਜਪਾ ਔਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀਮਾਨ ਨਰਿੰਦਰ ਮੋਦੀ ਜੀ, ਉਹ ਦਿਨ ਰਾਤ ਦੇਸ਼ ਦੀ ਸੇਵਾ 'ਚ ਲੱਗੇ ਹੋਏ ਨੇ। ਪੰਜਾਬ ਨੂੰ ਵੀ ਉਸ ਵਿਕਾਸ ਦੀ ਰਾਹ ਤੇ ਔਰ ਉਸ ਸਾਰੀਆਂ ਚੀਜ਼ਾਂ ਦੀਆਂ ਸਹੂਲਤਾਂ ਮਿਲਣ, ਇਸ ਵਾਸਤੇ ਜਨਤਾ ਪੰਜਾਬ ਦੀ ਸੋਚਣ ਲੱਗੀ ਹੈ ਔਰ ਅਸੀਂ ਇਹਨੂੰ ਬੜੇ ਅੱਛੇ ਢੰਗ ਨਾਲ ਲੋਕਾਂ 'ਚ ਲੈ ਕੇ ਜਾਣ ਦੀ ਯੋਜਨਾ ਬਣਾਈ ਹੈ। ਬੇਸ਼ੱਕ ਅਸੀਂ ਪੇਂਡੂ ਖੇਤਰ 'ਚ ਪਹਿਲਾਂ ਕਮਜ਼ੋਰ ਸੀਗੇ, ਪਰ ਅੱਜ ਮੈਂ ਦੇਖ ਰਿਹਾ ਕਿ ਸਾਡੀ ਲੀਡਰਸ਼ਿਪ ਜਦੋਂ ਪਿੰਡਾਂ 'ਚ ਜਾ ਰਹੀ ਹੈ ਤੇ ਪਿੰਡਾਂ ਦੇ ਲੋਕ ਉਹਨਾਂ ਨੂੰ ਬੜਾ ਸਤਿਕਾਰ ਦੇ ਨਾਲ ਸਤਿਕਾਰ ਵੀ ਦੇ ਰਹੇ ਨੇ ਔਰ ਇੱਕ ਪੂਰੇ ਊਰਜਾ ਦੇ ਨਾਲ ਜਿਹੜੇ ਭਾਜਪਾ ਦੀ ਸਪੋਰਟ ਵੀ ਕਰ ਰਹੇ ਨੇ। ਸੋ ਮੈਂ ਸਮਝਦਾ ਕਿ ਸਾਡੇ ਵਾਸਤੇ ਇਹ ਚੋਣ ਜਿਹੜੀ ਸੀ ਬਾਈ ਇਲੈਕਸ਼ਨ, ਇਹ ਅਵਸਰ ਹੈ ਜਦੋਂ ਅਸੀਂ ਅੱਛੀ ਪਰਫਾਰਮ ਕਰਨ ਜਾ ਰਹੇ ਹਾਂ। ਕਿੱਥੇ ਜੇ ਖੜੀ ਹੈ ਬੀਜੇਪੀ? ਅਸੀਂ 100% ਜਿੱਤਾਂਗੇ। ਜਿੱਤੋਗੇ ਚੋਣ ਜਲੰਧਰ? ਬਿਲਕੁਲ ਅਸੀਂ ਚੋਣ ਜਿੱਤ ਰਹੇ ਹਾਂ, ਇਹ ਪੱਕੀ। ਕਿਉਂਕਿ ਦੇਖੋ ਪਤਾ ਕੀ ਹੈ
ਕਿ ਸਾਨੂੰ ਆਮ ਤੌਰ ਤੇ ਕਿ ਅਸੀਂ ਸ਼ਹਿਰੀਆਂ ਦੀ ਪਾਰਟੀ ਹੈ, ਨੋ ਡਾਊਟ ਸਾਨੂੰ ਸ਼ਹਿਰਾਂ 'ਚ ਵੋਟ ਮਿਲਦਾ ਵੀ ਜ਼ਿਆਦਾ ਹੈਗਾ, ਹੁਣ ਵੀ ਜ਼ਿਆਦਾ ਮਿਲ ਰਿਹਾ, ਪਹਿਲਾਂ ਵੀ ਜ਼ਿਆਦਾ ਮਿਲਦਾ ਸੀ। ਔਰ ਪਹਿਲਾਂ ਵੀ ਅਸੀਂ 2022 ਦੀਆਂ ਵਿਧਾਨ ਸਭਾ ਦੀ ਗੱਲ ਕਰਾਂ ਮੈਂ, ਜਦੋਂ ਇਹਨਾਂ ਦੀ ਹਨੇਰੀ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ, ਅਸੀਂ ਉਸ ਸਮੇਂ ਵੀ ਇੱਥੋਂ 1.25 ਲੱਖ ਦੇ ਕਰੀਬ ਵੋਟ ਲੱਤਾ ਹੈਗਾ ਚਾਰੇ ਵਿਧਾਨ ਸਭਾ ਦੇ ਅੰਦਰ। ਔਰ ਅੱਜ ਮੈਂ ਸਮਝਦਾ ਕਿ ਲੋਕ ਇਹਨਾਂ ਤੋਂ ਮੁਨਕਰ ਹੋ ਗਏ ਆ। ਜਿੱਦਾਂ ਦਾ 2 MLA ਦਾ ਸ਼ਹਿਰੀ MLA ਦਾ ਵਿਵਹਾਰ ਹੈ, ਉਸ ਵਿਵਹਾਰ ਤੋਂ ਅੱਜ ਲੋਕ ਦੁਖੀ ਹੋਏ ਪਏ ਨੇ। ਜਿੱਦਾਂ ਦੀਆਂ ਫਰੋਤੀਆਂ ਵਾਇਆ ਕਰਕੇ ਮੰਗੀਆਂ ਜਾ ਰਹੀਆਂ ਔਰ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਅਸੀਂ ਲੋਕਾਂ 'ਚ ਜਾ ਰਹੇ ਹਾਂ, ਲੋਕ ਸਾਨੂੰ ਦੱਸ ਦੇਣਾ ਦੇ ਕਾਰਨਾਮੇ। ਔਰ ਇਸੇ ਤਰ੍ਹਾਂ ਪਿੰਡਾਂ ਦੀ ਗੱਲ ਮੈਂ ਕਰਾਂ ਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਦੇਖੋ ਗੱਲ ਸਮਝੀ ਹੈ ਕਿ ਅੱਜ ਕਿਸਾਨ ਸਨਮਾਨ ਨਿਧੀ ਦੀ ਗੱਲ ਕਰਾਂ ਮੈਂ, ਅਨੇਕ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਮਿਲਿਆ ਹੋਇਆ। ਜਦੋਂ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਤੇ ਦੇਖਦੇ ਹਾਂ ਕਿ ਕਿੰਨੇ ਲੋਕਾਂ ਨੂੰ, ਔਰ ਜਦੋਂ ਉਹਨਾਂ ਨੂੰ ਜਾ ਕੇ ਅਸੀਂ ਹੈਂਡਬਿਲ ਦੇਈਦਾ, ਮੈਂ ਤੁਹਾਨੂੰ ਸੱਚੀ ਦੱਸ ਰਿਹਾ ਵਿਕਰਮ ਜੀ ਇਹ ਗੱਲ, ਕਿ ਜਦੋਂ ਅਸੀਂ ਉਹਨਾਂ ਨੂੰ ਆਪਣੇ ਹੈਂਡਬਿਲ ਦੇਈਦਾ ਔਰ ਵੋਟ ਪਾਉਣ ਦੀ ਅਪੀਲ ਕਰਦੇ ਹਾਂ, ਉਹ ਕਹਿੰਦੇ ਜੀ ਤੁਸੀਂ ਸਾਡੇ ਕੋਲ ਆ ਗਏ, ਬਸ ਇੰਨਾ ਹੀ ਬੜਾ ਹੈ, ਅਸੀਂ ਹੁਣ ਤੁਹਾਨੂੰ ਵੋਟ ਪਾ ਰਹੇ ਹਾਂ। ਇੰਨੇ ਵਧੀਆ ਢੰਗ ਨਾਲ ਰਿਸਪੌਂਸ ਦਿੰਦੇ ਨੇ, ਮੈਂ ਕਹਿੰਦਾ ਤੁਸੀਂ ਗੱਲ ਹੀ ਛੱਡ ਦਿਓ। ਔਰ ਜਿਹੜੇ ਲੋਕ ਦੇਖੋ ਅਸੀਂ ਬਹੁਤ ਗਰਾਊਂਡ ਤੇ ਕਈ ਚੀਜ਼ਾਂ ਕਵਰ ਕੀਤੀਆਂ, ਮੈਨੂੰ ਇਹ ਗੱਲ ਦੱਸੋ, ਤੁਸੀਂ ਲਗਾਤਾਰ ਪਿੰਡਾਂ ਦੇ ਵਿੱਚ ਵੀ ਜਾ ਰਹੇ ਹੋ, ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਲੋਕ ਪਹਿਲਾਂ ਬੀਜੇਪੀ ਦਾ ਵਿਰੋਧ ਕਰਦੇ ਹੁੰਦੇ ਸੀ, ਉਹ ਪਿੰਡਾਂ ਦੇ ਵਿੱਚ ਰਿਸਪੌਂਸ ਕੀ ਹੈ ਬੀਜੇਪੀ ਨੂੰ? ਕੀ ਉਸੇ ਤਰ੍ਹਾਂ ਵਿਰੋਧ ਬਰਕਰਾਰ ਹੈ ਜਾਂ ਹੁਣ ਚੇਂਜ ਹੋ ਗਈ ਸਿਚੁਏਸ਼ਨ? ਦੇਖੋ ਇਹੀ ਇੱਕ ਬਹੁਤ ਵੱਡੀ ਗੱਲ ਜਿਹੜੀ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਹੈ, ਇੱਕ ਬੜਾ ਅੱਜ ਜਿੱਥੇ ਸਾਨੂੰ ਪਿੰਡਾਂ 'ਚ ਵੜਨ ਨਹੀਂ ਦਿੰਦੇ ਸੀਗੇ, ਸੱਚੀ ਗੱਲ ਦੱਸ ਰਿਹਾ ਮੈਂ ਤੁਹਾਨੂੰ, ਕਿਸਾਨ ਅੰਦੋਲਨ ਦੇ ਨਾਮ ਤੇ ਇੱਕ ਐਜੀਟੇਸ਼ਨ ਦੇ ਵਿੱਚ ਉਹ ਹੋਇਆ ਕਿ ਸਾਡੀ ਗੱਲ ਨੂੰ ਸੁਣਨ ਨੂੰ ਵੀ ਕੋਈ ਤਿਆਰ ਨਹੀਂ ਸੀ। ਅੱਜ ਸਾਨੂੰ ਸਤਿਕਾਰ ਨਾਲ ਬਿਠਾ ਕੇ ਚਾਹ ਪਾਣੀ ਵੀ ਪਿਆਉਂਦੇ ਨੇ ਔਰ ਸਾਡੀ ਗੱਲ ਸੁਣਦੇ ਨੇ, ਔਰ ਇਹ ਵੀ ਕਹਿੰਦੇ ਨੇ ਕਿ ਵੋਟ ਦੇਵਾਂਗੇ ਤੁਹਾਨੂੰ, ਅਸੀਂ ਵੋਟ ਪਾ ਰਹੇ ਹਾਂ ਤੁਹਾਨੂੰ, ਤੁਸੀਂ ਚਿੰਤਾ ਨਾ ਕਰੋ, ਅਸੀਂ ਤਾਂ ਵੋਟ ਪਾਣੀ ਹੈ ਤੁਹਾਨੂੰ, ਆਲੇ ਦੁਆਲੇ ਦੀਆਂ ਵੀ ਵੋਟਾਂ ਪਾ ਰਹੇ ਹਾਂ ਅਸੀਂ। ਜਿਹੜੇ ਲੋਕ ਵਿਰੋਧ ਕਰ ਰਹੇ ਸੀ ਉਹ ਇਹ ਗੱਲ ਕਹਿ ਰਹੇ ਹੁਣ ਕਿ ਅਸੀਂ ਬੀਜੇਪੀ ਨੂੰ ਵੋਟ ਪਾਵਾਂਗੇ, ਕਿਉਂਕਿ ਉਹਨਾਂ ਨੂੰ ਸਮਝ ਆਈਆਂ ਬੜੀਆਂ ਚੀਜ਼ਾਂ। ਉਹਨਾਂ ਨੂੰ ਪਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਿਲਕੁਲ ਨਿਰਪੱਖ ਹੋ ਕੇ ਹਰ ਵਰਗ ਲਈ ਕੰਮ ਕਰ ਰਹੇ ਨੇ। ਅੱਜ ਦੇਖੋ ਇੰਨਾ ਸਮੇਂ ਅੰਦੋਲਨ ਚੱਲਣ ਤੋਂ ਬਾਅਦ ਵੀ ਕਿਸਾਨ ਸਨਮਾਨ ਨਿਧੀ ਪੰਜਾਬ ਦੇ ਅੰਦਰ ਆ ਰਹੀ ਹੈ ਨਾ। ਅੱਜ ਦੇਖੋ ਸਾਡੀਆਂ ਕਣਕਾਂ ਦਾ ਕਿੰਨੀ ਨੁਕਸਾਨ ਹੋ ਗਿਆ, ਬਾਰਿਸ਼ਾਂ ਪਈਆਂ। ਜੇ ਪੰਜਾਬ ਸਰਕਾਰ ਨੇ ਫਸਲ ਬੀਮਾ ਯੋਜਨਾ ਦਾ ਕੇਂਦਰ ਸਰਕਾਰ ਦਾ ਲਾਭ ਲੱਤਾ ਹੁੰਦਾ ਤੇ ਅੱਜ ਕਿਸਾਨ ਨੂੰ ਸਾਡੇ ਨੂੰ ਇੰਨੀ ਪਰੇਸ਼ਾਨੀ ਨਹੀਂ ਝੱਲਣੀ ਪੈਣੀ ਸੀਗੀ। ਇਹ ਕਿਸਾਨ ਸਮਝਣ ਲੱਗ ਗਿਆ ਗੱਲ। ਸੋ ਮੈਂ ਸਮਝਦਾ ਕਿ ਗੱਲ ਅੱਜ ਦੇਖੋ ਕਿੰਨੇ ਲੰਬੇ ਸਮੇਂ ਤੋਂ ਕਰੋਨਾ ਕਾਲ ਤੋਂ ਲੈ ਕਰਕੇ ਹੁਣ ਤੱਕ ਲਗਾਤਾਰ ਕਣਕ ਜਿਹੜੀ ਹੈ ਮੁਫਤ ਆ ਰਹੀ ਹੈ। ਕੌਣ ਦੇ ਰਿਹਾ? ਮੋਦੀ ਸਰਕਾਰ ਦੇ ਰਹੀ ਹੈ। ਕੰਟਰਡਿਕਸ਼ਨ ਚੱਲਦੀ ਰਹੀ ਹੈ ਵੈਸੇ, ਸੈਂਟਰ ਵਰਸਸ ਸਟੇਟ ਹੁੰਦਾ ਰਿਹਾ। ਭਾਵੇਂ ਕੈਪਟਨ ਅਮਰਿੰਦਰ ਸਿੰਘ ਅੱਜ ਤੁਹਾਡੇ ਸਾਥੀ ਬਣ ਗਏ, ਬੀਜੇਪੀ ਚ ਆ ਗਏ, ਉਹ ਵੀ ਕਹਿੰਦੇ ਰਹੇ ਕਿ ਜੀ ਸਾਨੂੰ ਸਪੋਰਟ ਨਹੀਂ ਮਿਲਦਾ, ਚੰਨੀ ਹੁਣੀ ਕਹਿੰਦੇ ਰਹੇ ਸਪੋਰਟ ਨਹੀਂ ਮਿਲਦਾ। ਉੱਥੇ ਹੁਣ ਭਗਵੰਤ ਮਾਨ ਦੀ ਸਰਕਾਰ ਨਾਲ ਕੰਟਰਡਿਕਸ਼ਨ ਹੈਗੀ ਹੈ ਜਾਂ ਠੀਕ ਮੰਨਦੇ ਹੋ ਤੁਸੀਂ ਆਪਸ ਦੇ ਵਿੱਚ ਸਪੋਰਟ? ਨਹੀਂ ਵਿਕਰਮ ਜੀ, ਇੱਕ ਵੱਡਾ ਸਵਾਲ ਹਮੇਸ਼ਾ ਇਦਾਂ ਹੈ ਕਿ ਜਿਹੜੀਆਂ ਸਰਕਾਰਾਂ 'ਚ ਲੋਕ ਬੈਠ ਜਾਂਦੇ ਨੇ, ਉਹ ਕੇਂਦਰ ਸਰਕਾਰ ਨੂੰ ਭੰਡਣ ਦੇ ਨਾਮ ਤੇ ਆਪਣੀ ਰਾਜਨੀਤੀ ਚਲਾਉਂਦੇ ਆ। ਮੈਂ ਤੁਹਾਨੂੰ ਬੜੀ ਸਪਸ਼ਟ ਗੱਲ ਕਹਿ ਰਿਹਾ ਤੁਹਾਡੇ ਚੈਨਲ ਦੇ ਉੱਪਰ। ਉਹ ਕੇਂਦਰ ਸਰਕਾਰ ਨੂੰ ਭੰਡ ਕੇ ਉਹਨਾਂ ਦਾ ਵੋਟ ਬੈਂਕ ਵੱਧਦਾ, ਜੋ ਉਹਨਾਂ ਨੂੰ ਲੱਗਦਾ ਪੰਜਾਬ ਦਾ ਟੇਸਟ। ਪਰ ਮੈਂ ਦੇਖੋ ਪੰਜਾਬੀਆਂ ਨੂੰ ਵੀ ਇਹ ਗੱਲ ਕਹਿਣੀ ਚਾਹਾਂਗਾ ਕਿ ਅੱਜ ਕਿੰਨੇ ਲੱਖਾਂ ਕਰੋੜ ਦਾ ਸਾਡੇ ਤੇ ਕਰਜ਼ਾ ਚੜ ਗਿਆ। ਅੱਜ ਕਿਸਾਨ ਸਾਡਾ ਕਰਜ਼ਈ ਹੋਇਆ। ਅੱਜ ਵਪਾਰੀ ਸਾਡਾ ਵਪਾਰ ਛੱਡ ਕੇ ਬਾਹਰ ਨੂੰ ਭੱਜ ਰਿਹਾ ਹੈ। ਉਦਯੋਗਪਤੀ ਦੂਜੀਆਂ ਸਟੇਟਾਂ 'ਚ ਜਾ ਕੇ ਆਪਣੀ ਇੰਡਸਟਰੀ ਲਗਾ ਰਹੇ ਹੈ। ਇਹ ਗੱਲ ਵਿਚਾਰ ਕਰਨ ਦੀ ਆ ਵੀ ਅਸੀਂ ਕਿੰਨੀ ਦੇਰ ਇਦਾਂ ਦਾ ਪੰਜਾਬ ਦੇ ਨਾਲ ਮਜ਼ਾਕ ਕਰਾਂਗੇ। ਸਾਨੂੰ ਜ਼ਰੂਰਤ ਹੈ ਕਿ ਪੰਜਾਬ ਦਾ ਵਪਾਰੀ ਇੱਥੇ ਖੁੱਲ੍ਹ ਕੇ ਵਪਾਰ ਕਰੇ, ਇੰਡਸਟਰੀ ਖੁੱਲ੍ਹ ਕੇ ਇੱਥੇ ਇੰਡਸਟਰੀ ਲਾਵੇ, ਤਾਂ ਜੋ ਪੰਜਾਬ ਦਾ ਰੈਵਨਿਊ ਵਧੇ। ਪੰਜਾਬ ਦੇ ਰੈਵਨਿਊ ਵਧਣ ਦੇ ਨਾਲ ਹੀ ਸਾਨੂੰ ਸਭ ਨੂੰ ਸਹੂਲਤਾਂ ਮਿਲਣੀਆਂ। ਕਿਸਾਨ ਦੀ ਕਿਸਾਨੀ ਹੋਰ ਪ੍ਰਫੁੱਲਿਤ ਹੋਵੇ, ਉਹ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਆਵੇ, ਥੋੜਾ ਦੂਜੀਆਂ ਫਸਲਾਂ ਵੱਲ ਜਾਵੇ। ਅੱਜ ਇਹਦੀ ਜ਼ਰੂਰਤ ਹੈ ਪੰਜਾਬ ਨੂੰ। ਪਾਣੀ ਸਾਡੇ ਕੋਲ ਹੈ ਨਹੀਂ, ਝੋਨਾ ਲਾਣਾ ਕਿੱਦਾਂ? ਔਰ ਇਹਦੇ ਨਾਲ ਬੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਰਨ ਦੀ ਜ਼ਰੂਰਤ ਹੈ। ਸਾਡੇ ਨਾਲ ਦਾ ਸਟੇਟ ਹਰਿਆਣਾ ਦੇਖ ਲਓ, ਅੱਜ ਹਰ ਜਗ੍ਹਾ 'ਚ ਅੱਗੇ ਹੈ। ਜੇ ਡਿਵਰਸੀਫਿਕੇਸ਼ਨ ਦੀ ਮੈਂ ਗੱਲ ਕਰਾਂ ਤੇ ਉਹਨਾਂ ਨੇ ਕਿੰਨੀਆਂ ਸਹੂਲਤਾਂ ਦੇ ਕੇ ਕਿਸਾਨ ਨੂੰ ਫਸਲ ਡਿਵਰਸੀਫਿਕੇਸ਼ਨ ਵੱਲ ਲੈ ਕੇ ਗਏ ਨੇ। ਉਹ ਇਸੇ ਤਰ੍ਹਾਂ ਹੋਰ ਅਨੇਕ ਚੀਜ਼ਾਂ ਜਿਹੜਾ ਕੇਂਦਰ ਸਰਕਾਰ ਤੋਂ ਲਾਭ ਮਿਲਿਆ। ਮੇਰੀ ਗੱਲ ਸੁਣੋ, ਦੇਖੋ ਵਿਕਰਮ ਜੀ, ਇੱਕ ਛੋਟੀ ਜੀ ਗੱਲ ਕਿ ਆਯੁਸ਼ਮਾਨ ਭਾਰਤ ਯੋਜਨਾ 5 ਲੱਖ ਰੁਪਏ ਤੱਕ ਦਾ ਇਲਾਜ ਫ੍ਰੀ ਹੈ। ਇਹ ਸਰਕਾਰ ਨੇ ਇੰਨਾ ਨਕੰਮਾਪਣ ਕੀਤਾ ਕਿ ਪੈਸੇ ਨਾ ਦੇਣ, ਜਿਹੜੇ ਜਮ੍ਹਾਂ ਕਰਾਣੇ ਸੀ ਉਹ ਨਾ ਜਮ੍ਹਾਂ ਕਰਾਉਣ ਕਰਕੇ ਅੱਜ ਸਾਡਾ ਪੰਜਾਬੀ ਆਯੁਸ਼ਮਾਨ ਭਾਰਤ ਯੋਜਨਾ ਤੋਂ ਜਿਹੜਾ ਗਰੀਬ ਆਦਮੀ ਉਹ ਵਾਂਝਾ ਹੋਇਆ। ਉਹਨੂੰ 5 ਲੱਖ ਰੁਪਏ ਦਾ ਫ੍ਰੀ ਇਲਾਜ ਨਹੀਂ ਮਿਲਿਆ। ਫਿੱਟੇ ਮੂੰਹ ਐਸੀ ਸਰਕਾਰ ਦੇ ਕੀ ਕਰਾਣਾ ਹੈ? ਤੁਸੀਂ ਮਹੱਲਾ ਕਲੀਨਿਕਾਂ ਦੇ ਨਾਮ ਤੇ ਕੰਮ ਕਰ ਰਹੇ ਹੋ। ਬਈ ਮਹੱਲਾ ਕਲੀਨਿਕਾਂ ਦੇ ਵਿੱਚ ਕੀ ਤੁਸੀਂ ਉੱਥੇ ਤੁਹਾਡੇ ਕੋਲ ਡਾਕਟਰ ਹੈ ਨਹੀਂ। ਜਿਹੜੀ ਸਰਕਾਰ ਫ੍ਰੀ ਇਲਾਜ ਕਰ ਰਹੀ ਹੈ ਉਹ ਤੁਸੀਂ ਲਾਗੂ ਨਹੀਂ ਕਰਨਾ ਚਾਹੁੰਦੇ। ਇਹ ਤਾਂ ਸਰਕਾਰ ਦੁਰਫਿੱਟੇ ਮੂੰਹ ਵਾਲੀ ਸਰਕਾਰ ਹੈ। ਪੰਜਾਬੀਆਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ। ਮੈਨੂੰ ਇੱਕ ਚੀਜ਼ ਦੱਸੋ, ਇਹ ਲੌਜੀਕ ਮੈਨੂੰ ਸਮਝਾਓ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪਿੰਡਾਂ ਵਾਲੀ ਗੱਲ,
ਔਰ ਕਿ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਦਾ ਵਿਰੋਧ ਨਹੀਂਗਾ, ਹੁਣ ਖਤਮ ਹੋ ਗਿਆ ਵਿਰੋਧ ਨਾਲ। ਤੁਸੀਂ ਕਹਿ ਰਹੇ ਹੋ ਕਿ ਲੋਕ ਕਹਿੰਦੇ ਕਿ ਬੀਜੇਪੀ ਨੂੰ ਅਸੀਂ ਵੋਟਾਂ ਪਾਵਾਂਗੇ। ਇਹ ਮੈਨੂੰ ਸਮਝਾਓ, ਕਾਂਗਰਸ ਦੇ ਕੋਲ ਤਾਂ ਮੈਂ ਮੰਨਾਂ ਕਿ ਐਮਐਲਏ ਹੈਗੇ ਆ, ਕਿਉਂਕਿ ਜਲੰਧਰ ਦੇ ਵਿੱਚ ਔਰ ਜਿਹੜਾ ਜਲੰਧਰ ਦਾ ਇਲਾਕਾ ਸ਼ਾਹਕੋਟ ਹੋ ਗਿਆ, ਕੈਂਟੀਨ ਨੇੜੇ ਤੇੜੇ ਦਾ ਇਲਾਕਾ, ਉੱਥੇ ਐਮਐਲਏਜ਼ ਹੈਗੇ ਆ, ਔਰ ਆਦਮਪੁਰ ਦੇ ਵਿੱਚ ਵੀ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆ ਸਟੇਟ ਦੇ ਵਿੱਚ, ਐਮਐਲਏਜ਼ ਵੀ ਹੈਗੇ ਜਲੰਧਰ ਦੇ ਵਿੱਚ। ਤੁਹਾਡਾ ਕੋਈ ਐਮਐਲਏ ਵੀ ਨਹੀਂ ਆ, ਤੁਹਾਡੇ ਪੁਰਾਣੇ ਸਾਥੀ ਨੂੰ ਵੀ ਪੱਟ ਕੇ ਲੈ ਗਏ ਆਮ ਆਦਮੀ ਪਾਰਟੀ ਵਾਲੇ। ਮਤਲਬ ਕਿਸ ਤਰੀਕੇ ਦੀ ਸਟ੍ਰੈਟੇਜੀ ਘੜੀ ਹੈ ਤੁਸੀਂ ਜਿਹੜਾ ਜਿੱਤ ਦਾ ਦਾਅਵਾ ਕਰ ਰਹੇ ਹੋ? ਮੈਨੂੰ ਇਹ ਲੌਜੀਕ ਦੱਸ ਦਿਓ। ਦੇਖੋ, ਐਮਐਲਏ ਦੀ ਪਰਫਾਰਮੈਂਸ ਤੇ ਵੋਟਾਂ ਪੈਣੀਆਂ। ਐਮਐਲਏ ਦੀ ਪਰਫਾਰਮੈਂਸ ਤੁਸੀਂ ਦੇਖ ਸਕਦੇ ਹੋ, ਮੈਂ ਨਹੀਂ ਕਹਿਣਾ, ਤੁਸੀਂ ਲੋਕਾਂ ਤੋਂ ਪੁੱਛੋ ਜਾ ਕੇ। ਇਹ 5 ਐਮਐਲਏ ਤੁਸੀਂ ਹੋਰ ਛੱਡੋ, ਜਿਹੜੇ 9 ਸਾਲ ਇੱਥੇ ਮੈਂਬਰ ਆਫ ਪਾਰਲੀਮੈਂਟ ਰਹੇ, ਚਲੋ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ। ਇੱਕ ਗੱਲ ਜ਼ਰੂਰ ਕਹਾਂਗੇ ਕਿ 9 ਸਾਲ ਦੀ ਪਰਫਾਰਮੈਂਸ ਤਾਂ ਦੱਸਣ ਕੀ ਹੈ। ਜਲੰਧਰ ਨੂੰ 9 ਸਾਲ ਚ ਐਜ਼ ਏ ਐਮਪੀ ਦਿੱਤਾ ਕੀ ਹੈ? ਅੱਜ ਦੇਖੋ, ਕੇਂਦਰ ਸਰਕਾਰ ਇੰਨੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਜਲੰਧਰ ਦੇ ਦੋਨੋਂ ਰੇਲਵੇ ਸਟੇਸ਼ਨ ਵਰਲਡ ਕਲਾਸ ਰੇਲਵੇ ਸਟੇਸ਼ਨ ਬਣਨ ਜਾ ਰਹੇ ਹਨ। ਅਗਰ ਇੱਥੋਂ ਦਾ ਮੈਂਬਰ ਆਫ ਪਾਰਲੀਮੈਂਟ ਭਾਜਪਾ ਦਾ ਹੋਏਗਾ ਤੇ ਅੱਜ ਕਿੰਨਾ ਪੈਸਾ ਜਿਹੜਾ ਸਮਾਰਟ ਸਿਟੀ ਦਾ ਉਹ ਭ੍ਰਸ਼ਟਾਚਾਰ ਦੀ ਭੇਂਟ ਚੜ ਗਿਆ ਜਲੰਧਰ 'ਚ। ਅਗਰ ਇੱਥੋਂ ਦਾ ਮੈਂਬਰ ਆਫ ਪਾਰਲੀਮੈਂਟ ਹੋਏਗਾ, ਇਹਨਾਂ ਸਾਰੀਆਂ ਚੀਜ਼ਾਂ ਤੇ ਫੁੱਲ ਸਟਾਪ ਲੱਗੇਗਾ। ਸਮਾਰਟ ਸਿਟੀ ਦਾ ਪੈਸਾ ਪ੍ਰੋਪਰ ਢੰਗ ਨਾਲ ਲੱਗਣ ਦੀ ਯੋਜਨਾ ਬਣੇਗੀ। ਔਰ ਐਸੇ ਅਨੇਕ ਕੰਮ, ਰੇਲਵੇ ਸਟੇਸ਼ਨ ਤਾਂ ਚਲੋ ਬਣ ਹੀ ਰਿਹਾ ਹੈ, ਐਸੇ ਅਨੇਕ ਕੰਮ ਜਿਹੜੇ ਕੇਂਦਰ ਸਰਕਾਰ ਦੁਆਰਾ ਪਿੰਡਾਂ 'ਚ ਹੋਣੇ ਆ ਜਾਂ ਸ਼ਹਿਰ 'ਚ ਹੋਣੇ ਆ, ਉਹ ਹੋਣਗੇ। ਸੋ ਇਹ ਗੱਲ ਨੂੰ ਲੋਕ ਹੁਣ ਸਮਝਣ ਲੱਗ ਗਏ ਆ। ਉਹਨਾਂ ਨੂੰ ਇਸ ਗੱਲ ਦੀ ਬਿਲਕੁਲ ਸਮਝ ਆਈ ਹੈ ਕਿ ਬਈ ਮੋਦੀ ਸਾਹਿਬ, ਦੇਖੋ ਹੁਣ ਸਰਕਾਰ ਤਾਂ ਅਜੇ 9 ਮਹੀਨੇ ਵਾਸਤੇ ਮੋਦੀ ਜੀ ਦੀ ਹੈ, ਕੇਂਦਰ ਸਰਕਾਰ 'ਚ ਸੇਵਾ ਮੋਦੀ ਜੀ ਕਰ ਰਹੇ ਨੇ, ਔਰ ਆਉਣ ਵਾਲੇ 2024 'ਚ ਵੀ ਮੋਦੀ ਜੀ ਦੀ ਸਰਕਾਰ ਬਣਨੀ ਹੈ। ਮੈਂ ਤੁਹਾਨੂੰ ਦੱਸ ਰਿਹਾ ਗੱਲ, ਇਹ ਕਲੀਅਰ ਹੈ। ਇਹ ਕੰਧ ਤੇ ਲਿਖਿਆ, ਕਿਸੇ ਨੂੰ ਪੜ੍ਹਿਆ ਜਾਂਦਾ ਪੜ੍ਹ ਲੈ, ਨਹੀਂ ਪੜ੍ਹਿਆ ਜਾਂਦਾ ਨਾ ਪੜ੍ਹੇ, ਪੂਰਾ ਲਿਖਿਆ ਹੋਇਆ ਇਹ। ਮੈਂ ਤਾਂ ਕਹਿ ਰਿਹਾ ਤੁਹਾਨੂੰ ਕਿ 2024 'ਚ ਫਿਰ ਦੇਸ਼ ਦੀ ਸਰਕਾਰ, ਪ੍ਰਧਾਨ ਮੰਤਰੀ ਜੀ ਮੋਦੀ ਜੀ ਨੂੰ ਫਿਰ ਸੇਵਾ ਲੋਕਾਂ ਨੇ ਦੇਣੀ ਹੈ। ਔਰ ਅਸੀਂ ਪੰਜਾਬ ਵਾਲੇ ਥੋੜਾ ਇਸ ਗੱਲ ਦੀ ਚਿੰਤਾ ਕਰ ਰਹੇ ਹਾਂ ਵੀ ਪੰਜਾਬ ਸਾਡਾ ਹੁਣ 5 ਸਾਲ 10 ਸਾਲ ਨਿਕਲ ਗਏ ਪੰਜਾਬੀਆਂ ਨੇ, ਠੀਕ ਹੈ ਜੀ, ਕੇਂਦਰ ਸਰਕਾਰ ਦੇ ਉਲਟ ਮੈਂਬਰ ਆਫ ਪਾਰਲੀਮੈਂਟ ਬਣਾਏ, ਕੇਵਲ 2 ਹੀ ਬਣੇ ਪੰਜਾਬ 'ਚੋਂ ਨਾ, 2 ਅਕਾਲੀ ਦਲ ਦੇ ਬਣੇ, 2 ਬੀਜੇਪੀ ਦੇ ਬਣੇ ਸੀਗੇ। ਪਰ ਹੁਣ ਦੇਖੋ, ਇਹ ਲੋਕਾਂ ਨੇ ਮਨ ਬਣਾਇਆ ਕਿ 13 ਦੇ 13 ਅਸੀਂ ਬਣਾਵਾਂਗੇ, 24 'ਚ ਪੰਜਾਬੀਆਂ ਨੇ ਕਰ ਲਿਆ। ਔਰ ਜਿਹੜੇ ਚੀਜ਼ਾਂ ਰੁਕੀਆਂ ਹੋਈਆਂ, ਉਸ ਤੋਂ ਬਾਅਦ ਜਦੋਂ 27 ਦੀ ਵਿਧਾਨ ਸਭਾ ਆਣੀ ਹੈ ਤੇ 27 'ਚ ਸਰਕਾਰ ਬਣਾਵਾਂਗੇ। ਇਹ ਤੈਅ ਕਰ ਲਿਆ ਲੋਕਾਂ ਨੇ, ਤੁਸੀਂ ਦੇਖ ਲਿਓ ਮੇਰੇ ਸਾਹਮਣੇ, ਨੋਟ ਕਰਕੇ ਪਰਚੀ ਮੇਰੀ ਜੇਬ 'ਚ ਪਾ ਲਓ। ਮੈਂ ਤੁਹਾਨੂੰ ਦੱਸ ਰਿਹਾ ਗੱਲ ਇਹ। ਨਹੀਂ, ਤੁਹਾਨੂੰ ਅੱਜ ਮੇਰੀ ਸ਼ਾਇਦ ਗੱਲ ਮਜ਼ਾਕ ਲੱਗੇ। ਮਜ਼ਾਕ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ, ਜਿਹੜੀ ਚਲੋ ਤੁਸੀਂ ਆਰਐਸਐਸ ਜਾਂ ਬੀਜੇਪੀ ਦਾ ਜਿਹੜਾ ਗਰਾਊਂਡ ਦਾ ਵਰਕਰ ਹੈ, ਤੁਸੀਂ ਸਰਵੇ ਵੀ ਆਪਦਾ ਕਰਿਆ ਹੋਊਗਾ, ਉਹ ਹੋ ਸਕਦੀ ਗੱਲ ਥੋੜੀ। ਪਰ ਇਹ ਜਿਹੜੀ ਚੀਜ਼ ਆ, ਇਹ ਅਜੇ 4 ਸਾਲ ਤਾਂ ਇਸ ਸਰਕਾਰ ਨੂੰ ਹੀ ਪਏ, ਉਹ ਤਾਂ ਪਰਫਾਰਮੈਂਸ ਅਜੇ ਦੇਖਣਗੇ ਕਿ ਕਿਹੋ ਜਿਹੀ ਪਰਫਾਰਮੈਂਸ ਆ, ਫਿਰ ਸੈਂਟਰ ਗਵਰਨਮੈਂਟ ਕੀ ਕਰਦੀ ਹੈ ਕਿਸ ਤਰੀਕੇ ਦੇ ਨਾਲ। ਪਰ ਇਹ ਚੀਜ਼ਾਂ ਅਕਾਲੀ ਦਲ ਵਾਲੇ ਕਹਿੰਦੇ ਕਿ ਜੇ ਕੁਛ ਇੱਕ ਲੀਡਰ ਕਹਿੰਦੇ ਜੇ ਗੱਠਜੋੜ ਹੋ ਜਾਂਦਾ ਤਾਂ ਸਾਨੂੰ ਵੀ ਨੁਕਸਾਨ ਨਾ ਹੁੰਦਾ, ਬੀਜੇਪੀ ਵਾਲਿਆਂ ਨੂੰ ਵੀ ਨਾ ਨੁਕਸਾਨ ਹੁੰਦਾ। ਕਹਿੰਦੇ ਫਿਰ ਇਹ ਪੋਸੀਬਿਲਿਟੀ ਹੈਗੀ ਸੀ ਜਿਹੜੀ ਤੁਸੀਂ ਕਹਿ ਰਹੇ ਹੋ। ਨਹੀਂ, ਅਸੀਂ ਤਾਂ ਗੱਠਜੋੜ ਨਹੀਂ ਤੋੜਿਆ ਉਹਨਾਂ ਨਾਲ, ਉਹ ਤਾਂ ਡਰਦੇ ਮਾਰੇ ਆਪ ਹੀ ਗੱਠਜੋੜ ਤੋੜ ਕੇ ਭੱਜ ਗਏ। ਅਸੀਂ ਕਿੱਥੇ ਤੋੜਿਆ? ਅਸੀਂ ਤਾਂ 9 ਮਾਸ ਦਾ ਰਿਸ਼ਤਾ ਸ਼ੁਰੂ ਤੋਂ ਨਿਭਾਉਂਦੇ ਹੀ ਆ ਰਹੇ ਸੀਗੇ, ਉਹਨਾਂ ਨੇ ਛੱਡਿਆ। ਹੁਣ ਉਹ ਜਿੱਦਾਂ ਦੀਆਂ ਗੱਲਾਂ ਠੀਕ ਆ, ਉਹਨਾਂ ਦੀ ਆਪਣੀ ਗੱਲ ਹੈ। ਮੈਂ ਕੋਈ ਐਵੇਂ ਤੁਸੀਂ ਕਹੋਗੇ ਵੀ ਸ਼ਾਇਦ ਪਤਾ ਨਹੀਂ ਕੀ ਬੀਜੇਪੀ ਵਾਲਿਆਂ ਨੂੰ ਹੰਕਾਰ ਆ ਗਿਆ, ਇੱਦਾਂ ਦੀ ਕੋਈ ਗੱਲ ਨਹੀਂ। ਲੋਕਾਂ ਦੇ ਮਤ ਨੂੰ ਸਮਝਣਾ ਪਏਗਾ, ਲੋਕ ਕੀ ਦੇਖ ਰਹੇ ਨੇ ਉਹਨੂੰ ਸੋਚਣਾ ਪਏਗਾ, ਲੋਕਾਂ ਦੇ ਅਨੁਰੂਪ ਚੱਲਣਾ ਪਏਗਾ। ਦੇਖੋ, ਮੈਂ ਤੁਹਾਨੂੰ ਜੋ ਕੋਈ ਗੱਲ ਕਹਿ ਰਿਹਾ, ਕੋਈ ਮੈਂ ਤੁਹਾਨੂੰ ਇਹ ਤਾਂ ਹੈ ਨਹੀਂ ਵੀ ਝੂਠ ਬੋਲ ਰਿਹਾ। ਤੁਸੀਂ ਸਾਰੀਆਂ ਚੀਜ਼ਾਂ ਪ੍ਰਤੱਖ ਨੇ। ਤੁਸੀਂ ਦੇਖੋ ਨਾ, ਇਹਨਾਂ ਚੀਜ਼ਾਂ ਦਾ ਲਾਭ ਜੇ ਅੱਜ ਪੰਜਾਬ ਦੀ ਆਯੁਸ਼ਮਾਨ ਭਾਰਤ ਯੋਜਨਾ ਬੰਦ ਹੈ, ਪੰਜਾਬ ਸਰਕਾਰ ਕਰਕੇ ਬੰਦ ਹੈ, ਤੁਹਾਨੂੰ ਪਤਾ ਹੀ ਹੈ, ਠੀਕ ਹੈ ਨਾ। ਅੱਜ ਆਵਾਸ ਯੋਜਨਾ ਦਾ ਲਾਭ ਕਿੰਨੇ ਲੋਕਾਂ ਨੂੰ ਮਿਲ ਸਕਦਾ ਹੈ? ਇਹ ਸਰਕਾਰ ਜਿਹੜੀ ਬੈਠੀ ਆ, ਉਹ ਲਾਭ ਪਹੁੰਚਣ ਨਹੀਂ ਦਿੰਦੀ ਚੱਜ ਨਾਲ। ਫਸਲ ਬੀਮਾ ਯੋਜਨਾ ਬਾਰੇ ਜੋ ਮੈਂ ਗੱਲ ਕਹਿ ਰਿਹਾ, ਉਹ 'ਚ ਕੋਈ ਕਿਸੇ ਤਰ੍ਹਾਂ ਦੀ ਝੂਠ ਨਹੀਂ ਹੈਗੀ। ਤੁਸੀਂ ਲੋਕਾਂ 'ਚ ਜਾ ਰਹੇ ਹੋ, ਕੀ ਗੱਲ ਕਰ ਰਹੇ ਹੋ ਉਹਨਾਂ ਨਾਲ, ਕਿਹੜਾ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਦੇਖੋ, ਲੋਕ ਸਮਝ ਰਹੇ ਆ ਕਿ ਲੋਕ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਜੋ ਉਹ ਇੱਕ ਗੱਲ ਉਹਨਾਂ ਦੇ ਦਿਮਾਗ 'ਚ ਬੜੀ ਪੱਕੀ ਹੈ। ਸਭ ਤੋਂ ਵੱਡਾ ਪ੍ਰਸ਼ਨ ਪੰਜਾਬ ਦੀ ਕਾਨੂੰਨ ਵਿਵਸਥਾ ਹੈਗੀ ਹੈ। ਪੰਜਾਬ ਦਾ ਲਾਅ ਐਂਡ ਆਰਡਰ ਵਿਗੜਿਆ ਪਿਆ ਹੈ, ਔਰ ਲੋਕ ਇਹ ਸਮਝਦੇ ਆ ਕਿ ਹੁਣ ਕੇਵਲ ਭਾਜਪਾ ਹੀ ਹੈ ਜੋ ਇਹ ਪੰਜਾਬ ਦੀ ਜਿਹੜੀ ਬੱਤਰ ਸਥਿਤੀ ਹੋਈ ਹੈ, ਕਾਨੂੰਨ ਵਿਵਸਥਾ ਵਿਗੜੀ ਹੋਈ ਹੈ, ਇਹਨੂੰ ਅਗਰ ਸੰਭਾਲਣ ਦਾ ਕੋਈ ਕੰਮ ਕਰ ਸਕਦਾ ਤੇ ਉਹ ਭਾਜਪਾ ਦੀ ਸਰਕਾਰ ਕਰ ਸਕਦੀ ਹੈ। ਲੋਕਾਂ ਦੇ ਦਿਮਾਗ 'ਚ ਗੱਲ ਪੂਰੀ ਤਰ੍ਹਾਂ ਬੈਠ ਚੁੱਕੀ ਹੈ। ਦੂਸਰੀ ਗੱਲ, ਜਿਹੜਾ ਮਹੱਤਵਪੂਰਨ ਪ੍ਰਸ਼ਨ ਹੈਗਾ ਕਿ ਅੱਜ ਇੰਨੀਆਂ ਸਕੀਮਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਚੱਲਦੀਆਂ ਪਈਆਂ, ਉਹ 'ਚ ਪੰਜਾਬ ਦੇ ਵਿੱਚ 10% ਵੀ ਨਹੀਂ ਪਹੁੰਚ ਰਹੀਆਂ। ਅਗਰ ਇੱਥੋਂ ਦੀ ਸਰਕਾਰ ਬੀਜੇਪੀ ਦੀ ਹੋਏਗੀ, ਇੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਬੀਜੇਪੀ ਦੇ ਹੋਣਗੇ, ਤੇ ਉਹ ਸਕੀਮਾਂ ਦਾ ਲਾਭ ਮਿਲਣ ਦੇ ਵਿੱਚ ਕਾਫੀ ਵਾਧਾ ਹੋਣਾ ਹੈ। ਤੀਸਰੀ ਗੱਲ, ਵਿਕਾਸ ਦੀ ਗੱਲ ਮੈਂ ਕਰਾਂ। ਅੱਜ ਤੁਸੀਂ ਦੇਖੋ, ਪੰਜਾਬ 'ਚ ਕਿਤੇ ਵੀ ਨਿਗਾਹ ਮਾਰ ਲਓ, ਪੂਰੇ ਪੰਜਾਬ 'ਚ ਪੰਜਾਬ ਸਰਕਾਰ ਨੇ ਕਿਤੇ 1 ਸਾਲ ਦੇ ਅੰਦਰ ਇੱਟ ਵੀ ਲਾਈ ਹੈ।
ਜਿੰਨੇ ਵੀ ਕੋਈ ਡਿਵੈਲਪਮੈਂਟ ਦੇ ਪ੍ਰੋਜੈਕਟ ਚੱਲ ਰਹੇ ਆ ਉਹ ਕੇਂਦਰ ਸਰਕਾਰ ਦੇ ਚੱਲ ਰਹੇ ਆ, ਮੋਦੀ ਸਰਕਾਰ ਦੇ ਚੱਲ ਰਹੇ ਆ। ਮੈਂ ਲੁਧਿਆਣੇ ਦੀ ਗੱਲ ਕਰਾਂ, ਐਲੀਵੇਟਰ ਰੋਡ ਬਣ ਰਿਹਾ ਫਿਰੋਜ਼ਪੁਰ ਰੋਡ ਤੇ, ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ। ਅੱਜ ਜਿੰਨੇ ਵੀ ਸ਼ਹਿਰ ਦੇ ਅੰਦਰ ਜੇ ਕੋਈ ਇੱਟ ਲੱਗ ਰਹੀ ਹੈ ਲੁਧਿਆਣੇ ਦੇ ਅੰਦਰ, ਉਹ ਸਮਾਰਟ ਸਿਟੀ ਦੀ ਲੱਗ ਰਹੀ ਹੈ। ਇਹੀ ਜਲੰਧਰ ਦੀ ਗੱਲ ਹੈ। ਜਲੰਧਰ ਦੇ ਵਿੱਚ ਦੇਖੋ, ਕਦੇ ਸੋਚਿਆ ਸੀ ਕਿ ਪੰਚਾਇਤਾਂ ਨੂੰ ਸਿੱਧਾ ਪੈਸਾ ਆਏਗਾ ਕੇਂਦਰ ਸਰਕਾਰ ਦਾ? ਪੰਚਾਇਤਾਂ ਨੂੰ ਸਿੱਧਾ ਪੈਸਾ ਜਾ ਰਿਹਾ। ਬਈ ਲੋਕ ਇਹਨਾਂ ਗੱਲਾਂ ਨੂੰ ਸਮਝਦੇ ਆ। ਅੱਜ ਕੇਂਦਰ ਸਰਕਾਰ ਦਾ ਇੱਕੋ ਹੀ ਫੰਡਾ ਹੈ ਕਿ ਜੋ ਅਸੀਂ ਲੋਕਾਂ ਦੇ ਪਹੁੰਚੇ, ਅੱਜ ਫਸਲ ਦਾ ਪੈਸਾ ਸਿੱਧਾ ਲੋਕਾਂ ਦੇ, ਕਿਸਾਨਾਂ ਦੇ ਅਕਾਊਂਟ 'ਚ ਪੈਂਦਾ ਹੈ। ਇਸ ਗੱਲ ਤੋਂ ਸਾਨੂੰ ਸਮਝ ਆਣੀ ਚਾਹੀਦੀ। ਲੋਕ ਸਮਝ ਰਹੇ ਇਸ ਗੱਲ ਨੂੰ ਕਿ ਭਾਈ ਮੋਦੀ ਸਰਕਾਰ ਚਾਹੁੰਦੀ ਕੀ ਹੈ। ਉਹ ਜਿਹੜੇ ਵਿਚੋਲੀਏ ਆ ਵਿੱਚ ਜਿਹੜੀ ਗੜਬੜ ਕਰਦੇ ਆ, ਜਿਹੜੇ ਕਰਪਸ਼ਨ ਕਰਦੇ ਆ, ਸਰਕਾਰ ਉਹਨਾਂ ਨੂੰ ਕੱਢਣਾ ਚਾਹੁੰਦੀ ਹੈ। ਕਰਪਸ਼ਨ ਦੀ ਗੱਲ ਮੈਂ ਕਰ ਰਿਹਾ। ਸੋ ਇਸ ਕਰਕੇ ਚਾਹੇ ਉਹ ਕਿਸਾਨ ਸਨਮਾਨ ਨਿਧੀ ਦੀ ਗੱਲ ਹੋਵੇ, ਚਾਹੇ ਉਹ ਬਾਕੀ ਚੀਜ਼ਾਂ ਦੀ ਗੱਲ ਹੋਵੇ, ਅੱਜ ਸਿੱਧਾ ਕਿਸਾਨਾਂ ਦੇ ਖਾਤੇ 'ਚ ਪੈ ਰਿਹਾ। ਸੋ ਇਹ ਮੈਂ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਲੋਕਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ। ਇੱਕ ਅਸੀਂ ਜਿਹੜੇ ਦੇਖੋ ਲੀਡਰ ਜਿਹੜੇ ਹੁੰਦੇ ਨੇ ਨਾ, ਜਿਹੜੇ ਲੀਡ ਕਰਦੇ ਨੇ ਕਿਸੇ ਵੀ ਸੂਬੇ ਨੂੰ, ਉਹਨਾਂ ਤੇ ਬੜੇ ਪ੍ਰਸ਼ਨ ਆ ਜਾਂਦੇ ਨੇ। ਉਹ ਅਗਰ ਦੁਸ਼ਟ ਪ੍ਰਚਾਰ ਕਰਨਗੇ, ਉਹ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਕੰਮ ਕਰਨਗੇ, ਕਿੰਨੀ ਦੇਰ ਕਰ ਲੈਣਗੇ? ਅਲਟੀਮੇਟਲੀ ਤਾਂ ਲੋਕਾਂ ਨੂੰ ਗੱਲ ਸਮਝ ਆਣੀ ਹੈ। ਸੋ ਹੁਣ ਲੋਕਾਂ ਨੂੰ ਗੱਲ ਸਮਝ ਆ ਰਹੀ ਹੈ, ਇਸ ਕਰਕੇ ਭਾਜਪਾ ਦੇ ਨਾਲ ਤੁਰ ਰਹੇ ਆ ਲੋਕ ਜੀ। ਥੈਂਕ ਯੂ। ਤਾਂ ਬੀਜੇਪੀ ਦੇ ਸੀਨੀਅਰ ਆਗੂ ਨੇ ਜੀਵਨ ਗੁਪਤਾ, ਇਹਨਾਂ ਦੀ ਵੀ ਜ਼ਿੰਮੇਵਾਰੀ ਲੱਗੀ ਹੋਈ ਹੈ ਜਲੰਧਰ ਜ਼ਿਮਨੀ ਚੋਣ ਦੇ ਵਿੱਚ। ਕਹਿ ਰਹੇ ਪਿੰਡਾਂ ਦੇ ਵਿੱਚ ਜਾ ਰਹੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਬੀਜੇਪੀ ਵਾਲਿਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਸੀ, ਕਹਿੰਦੇ ਕਿ ਉੱਥੇ ਲੋਕ ਇਹ ਕਹਿ ਰਹੇ ਕਿ ਅਸੀਂ ਵੋਟ ਬੀਜੇਪੀ ਨੂੰ ਪਾਵਾਂਗੇ। ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਫਿਰ ਨਾਲ ਹੀ ਇਹਨਾਂ ਨੇ ਵੀ ਦਾਅਵਾ ਕੀਤਾ ਕਿ ਇਹ ਸੀਟ ਵੀ ਅਸੀਂ ਜਲੰਧਰ ਤੋਂ ਜਿੱਤਾਂਗੇ, ਔਰ ਉਸ ਤੋਂ ਬਾਅਦ ਕਹਿੰਦੇ ਕਿ 2024 ਦੇ ਵਿੱਚ ਇਲੈਕਸ਼ਨ ਹੋਣਗੀ ਤਾਂ 13 ਦੀਆਂ 13 ਸੀਟਾਂ ਜਿੱਤਣ ਦਾ ਵੀ ਦਾਅਵਾ ਜੀਵਨ ਗੁਪਤਾ ਹੁਣਾਂ ਨੇ ਕੀਤਾ। ਬੀਜੇਪੀ ਕਹਿ ਰਹੀ ਹੈ ਕਿ ਅਸੀਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ, ਔਰ ਉਹਨਾਂ ਦੇ ਆਧਾਰ ਤੇ ਹੀ ਪਿੰਡਾਂ ਦੇ ਵਿੱਚ ਜਾ ਕੇ ਵੋਟ ਮੰਗੇ ਜਾ ਰਹੇ ਆ। ਕੈਮਰਾ ਪਰਸਨ